लग जाओ, सब मिल गाओ प्रभु दी महिमा, रब दी महिमा विच लग जाओ, सब मिल गाओ प्रभु दी महिमा, रब दी महिमा विच लग जाओ, सब मिल गाओ प्रभु दी महिमा, रब दी महिमा विच लग जाओ। मन धन ते जीवन फलच, हर संगत च हर जीवन, तन मन तन ते जीवन फलच, हर संगत च हर जीवन, प्रभु जग जीवन प्रभु जगदाता, दुख संकट नु तारन हारा, प्रभु जग जीवन प्रभु जगदाता, दुख संकट नु तारन वाला, सब मिल गाओ प्रभु दी महिमा विच लग जाओ, सब मिल गाओ प्रभु दी महिमा, रब दी महिमा विच लग जाओ। आओ ਅਸੀਂ ਜਿੰਦੇ ਖੁਦਾ ਧੰਨਵਾਦ ਕਰੀਏ, ਉਸ ਸਾਨੂੰ ਇਸ ਯੋਗ ਬਣਾਇਆ ਕਿ ਅੱਜ ਦੇ ਦਿਨ ਅਸੀਂ ਦੇਖ ਸਕੀਏ, ਤੇ ਅੱਜ ਦੇ ਦਿਨ ਖੁਦਾ ਨੇ ਇਸੇ ਸਾਨੂੰ ਬਖਸ਼ਿਆ ਹੈ ਕਿ ਅਸੀਂ ਆਪਣੇ ਬੀਤੇ ਸਮੇਂ ਉੱਤੇ ਗੌਰ ਕਰਦੇ ਹੋਏ ਵੇਖੀਏ ਕਿ ਕਿੰਨੀ ਵਾਰ ਅਸੀਂ ਖੁਦਾ ਦੇ ਹੁਕਮਾਂ ਤੋਂ ਦੂਰ ਚਲੇ ਗਏ, ਉਹਦੇ ਪਿਆਰ ਦੇ ਹੁਕਮਾਂ ਨੂੰ ਤੋੜਿਆ, ਮਾਫੀ ਦਾ ਜੋ ਵੱਡਾ ਮਿਸ਼ਨ ਸਾਨੂੰ ਬਖਸ਼ਿਆ ਹੈ ਉਸ ਤੋਂ ਅਸੀਂ ਆਪਣੇ ਆਪ ਨੂੰ ਦੂਰ ਕਰ ਦਿੱਤਾ ਹੈ। ਗੁਜ਼ਾਰਿਸ਼ ਕਰੀਏ ਖੁਦਾ ਦੇ ਅੱਗੇ ਕਿ ਜਦੋਂ ਫਾਤਿਮਾ ਕਲੀਸਿਆ ਸੰਤ ਜੋਆਕੀਮ ਅਤੇ ਹੰਨਾ ਦੀ ਈਦ ਵੀ, ਜਿੰਨੇ ਵੀ ਲੋਕ ਇਸ ਮਹਾਨ ਸੰਤਾਂ ਦੀ ਸਿਫਾਰਿਸ਼ ਹੇਠ ਹਨ, ਉਹ ਸਭ ਇਹਨਾਂ ਵਾਂਗ ਜ਼ਿੰਮੇਦਾਰ ਅਤੇ ਖੁਦਾ ਦੇ ਇਸ ਖਾਦਮ ਬਣਨ, ਸੇਵਕ ਬਣਨ। ਅਸੀਂ ਸਾਰੇ ਵੀ ਖੁਦਾ ਦੇ ਸੇਵਕ ਬਣਨ ਦੇ ਲਈ, ਇਮਾਨਦਾਰ ਸੇਵਕ ਬਣਨ ਦੇ ਸੱਦੇ ਗਏ ਹਾਂ, ਤੇ ਆਓ ਅਸੀਂ ਇਸ ਗੁਜ਼ਾਰਿਸ਼ ਦੇ ਰਾਹੀਂ ਇਸ ਮਹਾਨ ਕੁਰਬਾਨੀ ਸਮਰਪਿਤ ਕਰੀਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾ ਭੈਣ ਬੱਚਿਓ, ਅੱਜ ਫਾਤਿਮਾ ਕਲੀਸਿਆ ਸੰਤ ਜੋਆਕੀਮ ਅਤੇ ਹੰਨਾ ਦੀ ਈਦ ਮਨਾ ਰਹੀ ਹੈ, ਮਾਤਾ ਮਰੀਮ ਦੇ ਮਾਤਾ ਪਿਤਾ। ਅਤੇ ਜਦੋਂ ਅਸੀਂ ਮਾਤਾ ਮਰੀਮ ਦੇ ਬਾਰੇ ਪੜ੍ਹਦੇ ਹਾਂ, ਸੁਣਦੇ ਹਾਂ ਕਿ ਉਹ ਪਾਕ ਫਜ਼ਲ ਦੇ ਨਾਲ ਭਰਪੂਰ ਸੀ, ਤੇ ਉਸ ਦੇ ਨਾਲ ਸਾਨੂੰ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਉਹਦੇ ਜੋ ਮਾਂ-ਬਾਪ, ਮਾਤਾ ਮਰੀਮ ਦੇ ਮਾਂ-ਬਾਪ ਇੰਨੇ ਸ਼ੁੱਧਤਾ ਤੇ ਪਾਕੀਜ਼ਗੀ ਵਿੱਚ ਸਨ ਕਿ ਉਹਨਾਂ ਨੇ ਆਪਣੀ ਪੁੱਤਰੀ ਨੂੰ ਹਮੇਸ਼ਾ ਖੁਦਾ ਦੇ ਰਾਹਾਂ ਉੱਤੇ ਚਲਾ ਕੇ ਰੱਖਿਆ। ਸਾਡੇ ਲਈ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਸੱਦਾ ਹੈ ਤੇ ਇੱਕ ਬਹੁਤ ਵੱਡਾ ਚੈਲੰਜ ਵੀ ਹੈ ਕਿ ਆਪਣੇ ਬੱਚਿਆਂ ਨੂੰ ਖੁਦਾਈ ਦੇ ਰਾਹਾਂ ਉੱਤੇ ਲੈ ਕੇ ਜਾਣਾ। ਬੱਚੇ ਖੁਦਾ ਦੀ ਰਾਹ ਤੇ ਤਦ ਹੀ ਚੱਲਣਗੇ ਜਦੋਂ ਮਾਂ-ਬਾਪ ਆਪ ਉਹਨਾਂ ਨੂੰ ਦਰਸਾਉਣਗੇ ਕਿ ਖੁਦਾ ਤੋਂ ਬਗੈਰ ਸਾਡਾ ਹੋਰ ਕੋਈ ਮੁਕਤੀਦਾਤਾ ਨਹੀਂ ਹੈ। ਇਹ ਜੋ ਦੁਨਿਆਵੀ ਚੀਜ਼ਾਂ ਨੇ, ਸੁੱਖ ਹੈ, ਇਹ ਸਭ ਸਾਨੂੰ ਸਿਰਫ ਇੱਕ ਸਮੇਂ ਤੱਕ ਹੀ ਖੁਸ਼ੀ ਦੇ ਸਕਦਾ ਹੈ, ਪਰ ਜੋ ਅਨੰਤ ਖੁਸ਼ੀ ਹੈ ਉਹ ਸਿਰਫ ਅਤੇ ਸਿਰਫ ਸਾਡਾ ਪ੍ਰਭੂ ਪਰਮੇਸ਼ਵਰ ਹੀ ਦੇ ਸਕਦਾ ਹੈ। ਸਿਫਾਰਿਸ਼ ਮੰਗੀ ਅੱਜ ਇਹਨਾਂ ਮਹਾਨ ਸੰਤਾਂ ਦੀ, ਗੁਜ਼ਾਰਿਸ਼ ਕਰੀਏ ਖੁਦਾ ਦੇ ਅੱਗੇ ਕਿ ਪ੍ਰਭੂ ਸਾਡੇ ਵਿੱਚੋਂ ਫਜ਼ਲ ਪਾਉਣਾ ਕਿ ਅਸੀਂ ਆਪਣੇ ਤੋਂ ਛੋਟਿਆਂ ਨੂੰ ਸਹੀ ਰਾਹਾਂ ਉੱਤੇ ਲੈ ਕੇ ਜਾ ਸਕੀਏ, ਤੇ ਕਿਸੇ ਨੂੰ ਸਹੀ ਰਾਹ ਉੱਤੇ ਜਦੋਂ ਅਸੀਂ ਆਪ ਉਹਨਾਂ ਸਹੀ ਰਾਹਾਂ ਉੱਤੇ ਚੱਲਾਂਗੇ। ਤੇ ਆਓ ਅਸੀਂ ਖੁਦਾ ਤੋਂ ਮਾਫੀ ਮੰਗੀ ਉਹਨਾਂ ਮੌਕਿਆਂ ਦੇ ਲਈ ਜਦੋਂ ਅਸੀਂ ਉਹਨਾਂ ਰਾਹਾਂ ਉੱਤੇ ਚੱਲੇ ਜੋ ਕਿ ਕਾਫੀ ਖੁੱਲੇ ਨੇ ਪਰ ਨਰਕ ਵੱਲ ਜਾਂਦੇ ਨੇ, ਜੋ ਖੁਦਾ ਦੇ ਪਿਆਰ ਦੇ ਹੁਕਮਾਂ ਅਨੁਸਾਰ ਨਹੀਂ ਹਨ, ਜੋ ਅਸੀਂ ਗੁਨਾਹ ਕੀਤੇ, ਗਲਤੀਆਂ ਕੀਤੀਆਂ, ਜਾਣ ਬੁੱਝ ਕੇ ਪ੍ਰਭੂ ਦੇ ਹੁਕਮਾਂ ਨੂੰ ਤੋੜਿਆ, ਉਹਨਾਂ ਸਭ ਮੌਕਿਆਂ ਨੂੰ ਖੁਦਾ ਚਰਨਾਂ ਵਿੱਚ ਸਮਰਪਿਤ ਕਰੀਏ ਅਤੇ ਉਸ ਤੋਂ ਮਾਫੀ ਅਤੇ ਸ਼ਿਫਾ ਹਾਸਲ ਕਰੀਏ। ਮੈਂ ਇਕਬਾਲ ਕਰਦਾ ਪੂਰੀ ਕੁਦਰਤ ਵਾਲੇ ਖੁਦਾ ਦੇ ਪੈਣਾ ਭਰਾਵਾਂ ਦੇ ਅੱਗੇ, ਮੈਂ ਇਕਬਾਲ
सोचण बोलण ते करना बहुत गुनाह कीते हैं। अपने दोष देना अपने ही दोष देना अपने बड़े दोष देना। मैं एक बार करदा तन सदा कुंवारी मरियम ते सारे फरिश्ते आसंता के ते पैड़ा प्रवाद अगे मैं हुण बेनती करदा मैं एक बार करदा मेरे ਲਈ खुदा बंद के करो दुआ सारे मिलके मैं आया तेरे दुआरे रहम करो प्रभु प्यारे। मैं एक बार करदा पूरी कुदरत वाले खुदा ते पैड़ा प्रवाद अगे मैं एक बार करदा मैं एक बार करदा। ਸਰਵਸ਼ਕਤੀਮਾਨ ਖੁਦਾ ਸਾਡੇ ਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵਕ ਜੀਵਨ ਦੇ ਵੱਲ ਪਹੁੰਚਾਵੇ। आमीन। प्रभु दया करो प्रभु दया करो मसीह दया करो मसीह दया करो प्रभु दया करो प्रभु दया स्वर्ग दे विच वडियाई महिमा होवे खुदा दी धरती उते नेकरियत लोकां दे विच शांति। स्वर्ग दे विच वडियाई होवे असीं तेरे गांदे हां ते धन धन तैनूं कहदे हां करदे हां राधना ते महिमा तेरी गांदे हां तेरी शान दे कारण शुक्र तेरा असीं करदे हां। स्वर्ग दे पातशाह खुदा बाप कुदरत वाले खुदा स्वर्ग दे विच वडियाई यीशु मसीह इकलौते बेटे बाप दे बेटे प्रभु खुदा बाप दा बेटा दुनिया दे पापां नूं चुक लै जांदा है। विनता सुन लै साड़िया तू बाप दे सजे बैठा है। दया तू करे हुण साडे उते तू ही सुर गुण है खुदा स्वर्ग दे विच वडियाई तू ही कल्ला परमेश्वर है परम ऊंचा है खुदा
ਸਾਡੇ ਮਦਰ ਜੀ ਲਈ ਜੋ ਅੱਜ ਆਪਣੀ ਈਦ ਮਨਾ ਰਹੇ ਨੇ। ਉਹਨਾਂ ਦੇ ਸੇਵਕਾਈ ਦੇ ਲਈ ਖੁਦਾ ਦੀ ਗੁਜ਼ਾਰਿਸ਼ ਕਰੀਏ ਜੋ ਮਹਾਨ ਸੰਤਾਂ ਦੇ ਰਾਹੀਂ, ਤਾਂ ਜੋ ਪ੍ਰਭੂ ਦੀ ਕਿਰਪਾ ਜੋ ਸਮੇਂ ਤੱਕ ਹੈ ਤੇ ਆਉਣ ਵਾਲੇ ਸਮੇਂ ਤੱਕ ਸਦਾ ਤੀਕਰ ਬਣੀ ਰਹੇ ਤੇ ਖੁਦਾ ਇਹਨਾਂ ਦੇ ਸੇਵਕਾਈ ਦੇ ਰਾਹੀਂ ਵੱਧ ਤੋਂ ਵੱਧ ਰੂਹਾਂ ਨੂੰ ਪ੍ਰਭੂ ਦੇ ਪਿਆਰ ਦੇ ਨਾਲ ਜੋੜੇ। ਆਪਣੇ ਪਰਿਵਾਰਾਂ ਲਈ ਵੀ ਪ੍ਰਾਰਥਨਾ ਕਰੀਏ, ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜੋ ਬਿਮਾਰ ਨੇ, ਲਾਚਾਰ ਨੇ, ਸਾਡੇ ਬਜ਼ੁਰਗਾਂ ਦੇ ਲਈ ਅਤੇ ਸਮੁੱਚੀ ਕਾਇਨਾਤ ਦੇ ਲਈ ਪ੍ਰਾਰਥਨਾ ਕਰੀਏ ਤਾਂ ਜੋ ਖੁਦਾ ਆਪਣੇ ਪਵਿੱਤਰ ਲਹੂ ਦੇ ਨਾਲ ਹਰ ਕਿਸੇ ਨੂੰ ਇਸ ਬਿਮਾਰੀ ਤੋਂ, ਦੁੱਖ ਸੰਕਟ ਤੋਂ, ਨਿਰਾਸ਼ਾ ਦੇ ਸਮੇਂ ਤੋਂ ਨਜ਼ਾਤ ਦਿਲਾਵੇ। ਐ ਖੁਦਾ ਤੂੰ ਹੀ ਸਾਡਾ ਰੱਦ ਦੀਆਂ ਚੀਜ਼ਾਂ ਨੂੰ ਸਿਆਣਪ ਦੇ ਨਾਲ ਵਰਤਦੇ ਹੋਏ ਲਗਾਤਾਰ ਸਦੀਵੀ ਬਰਕਤਾਂ ਦੀ ਖੋਜ ਕਰਦੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਗ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪਹਿਲਾ ਸੁਲੇਮਾਨ ਨੇ ਖੁਦਾ ਕੋਲੋਂ ਚੰਗਿਆਈ ਅਤੇ ਬੁਰਾਈ ਨੂੰ ਜਾਣਨ ਦੀ ਗਹਿਰਾਈ ਪੁੱਛੀ ਅਤੇ ਖੁਦਾ ਨੇ ਉਸ ਨੂੰ ਇਹ ਦਾਤ ਦਿੱਤੀ। ਜੇਕਰ ਅਸੀਂ ਵੀ ਖੁਦਾ ਕੋਲੋਂ ਚੰਗੀਆਂ ਨਿਯਮਤਾਂ ਲਈ ਮੰਗ ਕਰੀਏ ਤਾਂ ਖੁਦਾ ਸਾਨੂੰ ਕਦੀ ਵੀ ਇਨਕਾਰ ਨਹੀਂ ਕਰੇਗਾ। ਰਾਜਿਆਂ ਦਾ ਪਹਿਲਾ ਗ੍ਰੰਥ ਉਸ ਦਾ 3 ਅਧਿਆਇ 5 ਆਇਤ 7 ਤੋਂ 12 ਤੱਕ। ਉਸ ਰਾਤ ਪ੍ਰਭੂ ਖੁਦਾ ਨੇ ਸੁਲੇਮਾਨ ਨੂੰ ਦਰਸ਼ਨ ਦੇ ਕੇ ਪੁੱਛਿਆ, ਤੂੰ ਕੀ ਚਾਹੁੰਦਾ ਹੈ ਕਿ ਮੈਂ ਤੈਨੂੰ ਦੇਵਾਂ? ਸੁਲੇਮਾਨ ਨੇ ਕਿਹਾ, ਪ੍ਰਭੂ ਤੂੰ ਸੱਚਮੁੱਚ ਮੈਨੂੰ ਮੇਰੇ ਪਿਤਾ ਦੀ ਥਾਂ ਵਿੱਚ ਰਾਜਾ ਬਣਾਇਆ ਹੈ। ਬੇਸ਼ੱਕ ਮੈਂ ਤੇਰੇ ਸਾਹਮਣੇ ਇੱਕ ਛੋਟਾ ਜਿਹਾ ਮੁੰਡਾ ਹੀ ਹਾਂ ਅਤੇ ਮੈਂ ਕਿਸੇ ਚੀਜ਼ ਦਾ ਪੂਰਾ ਗਿਆਨ ਨਹੀਂ ਰੱਖਦਾ ਹਾਂ। ਮੈਂ ਅੱਜ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹਾਂ ਜਿਨ੍ਹਾਂ ਦੀ ਗਿਣਤੀ ਤੱਕ ਕਰਨੀ ਕਠਿਨ ਹੈ। ਇਸ ਲਈ ਪ੍ਰਭੂ ਤੂੰ ਆਪਣੇ ਇਸ ਦਾਸ ਨੂੰ ਇਹੋ ਜਿਹੀ ਬੁੱਧ ਦੇ ਜਿਸ ਨਾਲ ਮੈਂ ਬੁਰੇ ਭਲੇ ਦੀ ਪਹਿਚਾਨ ਕਰ ਸਕਾਂ, ਕਿਉਂਕਿ ਤੇਰੇ ਇਹਨਾਂ ਅਣਗਿਣਤ ਲੋਕਾਂ ਉੱਤੇ ਕੌਣ ਰਾਜ ਕਰ ਸਕਦਾ ਹੈ। ਪ੍ਰਭੂ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ, ਇਸ ਲਈ ਉਸਨੇ ਸੁਲੇਮਾਨ ਨੂੰ ਕਿਹਾ, ਤੂੰ ਮੇਰੇ ਤੋਂ ਲੰਮੀ ਉਮਰ ਮੰਗ ਸਕਦਾ ਸਾਂ, ਪਰੰਤੂ ਇਹਨਾਂ ਸਭ ਚੀਜ਼ਾਂ ਦੀ ਬਜਾਏ ਬੁਰੇ ਭਲੇ ਦੀ ਪਹਿਚਾਨ ਕਰਨ ਲਈ ਬੁੱਧੀ ਮੰਗੀ ਹੈ। ਮੈਂ ਤੇਰੇ ਕਹੇ ਅਨੁਸਾਰ ਕਰਾਂਗਾ। ਮੈਂ ਤੈਨੂੰ ਬੁਰੇ ਭਲੇ ਦੀ ਪਹਿਚਾਨ ਕਰਨ ਵਾਲੀ ਇਹੋ ਜਿਹੀ ਬੁੱਧੀ ਦੇਵਾਂਗਾ ਜੋ ਅੱਜ ਤੱਕ ਤੇਰੇ ਤੋਂ ਪਹਿਲਾਂ ਨਾ ਕਿਸੇ ਨੂੰ ਮਿਲੀ ਹੋਵੇ ਅਤੇ ਨਾ ਹੀ ਮਿਲੇਗੀ। ਪ੍ਰਭੂ ਦੀ ਬਾਣੀ। या रब तू मेरी पाना है।
ਅਨੁਸਾਰ ਬਣਨ ਲਈ ਬੁਲਾਇਆ ਹੈ। ਜੇਕਰ ਅਸੀਂ ਇਸ ਗੱਲ ਤੇ ਭਰੋਸਾ ਰੱਖੀਏ ਤਾਂ ਉਹ ਸਾਡੇ ਜੀਵਨ ਦੀਆਂ ਮੁਸ਼ਕਲਾਂ ਨੂੰ ਭਲਾਈ ਵਿੱਚ ਬਦਲ ਦੇਵੇਗਾ। ਉਹ ਸਾਡੀਆਂ ਮੁਸੀਬਤਾਂ ਨੂੰ ਖੁਸ਼ੀ ਵਿੱਚ ਬਦਲ ਦੇਵੇਗਾ। ਰੋਮੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ 8:28-30। ਖੁਦਾ ਚਾਹੁੰਦਾ ਹੈ ਕਿ ਅਸੀਂ ਵੀ ਉਸ ਦੇ ਪੁੱਤਰ ਦੀ ਤਰ੍ਹਾਂ ਬਣ ਜਾਈਏ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਜਿਹੜੇ ਖੁਦਾ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਉਦੇਸ਼ ਅਨੁਸਾਰ ਸੱਦੇ ਗਏ ਹਨ, ਉਹ ਉਹਨਾਂ ਦੇ ਨਾਲ ਮਿਲ ਕੇ ਸਭ ਚੀਜ਼ਾਂ ਦੁਆਰਾ ਭਲਾਈ ਹੀ ਪੈਦਾ ਕਰਦਾ ਹੈ। ਕਿਉਂਕਿ ਜਿਨ੍ਹਾਂ ਨੂੰ ਖੁਦਾ ਨੇ ਪਹਿਲੇ ਹੀ ਜਾਣ ਲਿਆ, ਉਹਨਾਂ ਨੂੰ ਪਹਿਲੇ ਹੀ ਆਪਣੇ ਪੁੱਤਰ ਦੀ ਤਰ੍ਹਾਂ ਬਣਨ ਦੇ ਲਈ ਨਿਯੁਕਤ ਕਰ ਦਿੱਤਾ ਕਿ ਉਸ ਦਾ ਪੁੱਤਰ ਬਹੁਤਿਆਂ ਭਰਾਵਾਂ ਵਿੱਚ ਜੇਠਾ ਠਹਿਰੇ। ਸੋ ਜਿਨ੍ਹਾਂ ਨੂੰ ਖੁਦਾ ਨੇ ਪਹਿਲੇ ਹੀ ਨਿਯੁਕਤ ਕੀਤਾ, ਉਹਨਾਂ ਨੂੰ ਸੱਦਿਆ ਵੀ। ਫਿਰ ਜਿਨ੍ਹਾਂ ਨੂੰ ਉਸ ਨੇ ਸੱਦਿਆ, ਉਹਨਾਂ ਨੂੰ ਆਪਣੇ ਸਾਹਮਣੇ ਉੱਚ ਠਹਿਰਾਇਆ। ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ। ਇਹ ਪ੍ਰਭੂ ਦੀ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ 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 ਹਾਲੇਲੂਇਆ। ਨਾਰੇ ਲਗਾਵਾਂਗੇ ਯਹੋਵਾ ਦੀ ਸੁਣਾਵਾਂਗੇ ਸੁਣਾਵਾਂਗੇ। ਨਾਰੇ ਨਾਲ ਗਾਵਾਂਗੇ, ਹਮਦ ਯਹੋਵਾ ਦੀ ਸੁਣਾਵਾਂਗੇ ਸੁਣਾਵਾਂਗੇ। ਹਾਲੇਲੂਇਆ 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 ਹਾਲੇਲੂਇਆ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਸਵਰਗ ਰਾਜ ਖੇਤ ਵਿੱਚ ਲੁਕੇ ਖਜ਼ਾਨੇ ਵਾਂਗ ਹੈ, ਜੋ ਕਿਸੇ ਮਨੁੱਖ ਨੂੰ ਲੱਭ ਪੈਂਦਾ ਹੈ ਅਤੇ ਉਹ ਉਸ ਨੂੰ ਫਿਰ ਛੁਪਾ ਦਿੰਦਾ ਹੈ। ਫਿਰ ਉਹ ਖੁਸ਼ੀ-ਖੁਸ਼ੀ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ। ਫਿਰ ਸਵਰਗ ਰਾਜ ਉਸ ਵਪਾਰੀ ਵਾਂਗ ਹੈ, ਜੋ ਵਧੀਆ ਮੋਤੀ ਦੀ ਭਾਲ ਦੇ ਵਿੱਚ ਨਿਕਲਦਾ ਹੈ। ਉਸ ਨੂੰ ਇੱਕ ਵੱਡਮੁੱਲਾ ਮੋਤੀ ਲੱਭ ਜਾਂਦਾ ਹੈ ਤਾਂ ਉਹ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲੈਂਦਾ ਹੈ। ਫਿਰ ਸਵਰਗ ਰਾਜ ਸਮੁੰਦਰ ਵਿੱਚ ਲਾਏ ਗਏ ਜਾਲ ਵਾਂਗ ਹੈ, ਜੋ ਹਰ ਤਰ੍ਹਾਂ ਦੀਆਂ ਮੱਛੀਆਂ ਇਕੱਠੀਆਂ ਕਰ ਲੈਂਦਾ ਹੈ। ਜਦੋਂ ਜਾਲ ਭਰ ਜਾਂਦਾ ਹੈ ਤਾਂ ਮਛੇਰੇ ਉਸ ਨੂੰ ਕੰਢੇ ਉੱਤੇ ਖਿੱਚ ਲਿਆਉਂਦੇ ਹਨ। ਫਿਰ ਬੈਠ ਕੇ ਉਹ ਚੰਗੀਆਂ ਮੱਛੀਆਂ ਛਾਂਟ ਕੇ ਭਾਂਡਿਆਂ ਵਿੱਚ ਰੱਖ ਲੈਂਦੇ ਹਨ ਅਤੇ ਮਾੜੀਆਂ ਨੂੰ ਬਾਹਰ ਸੁੱਟ ਦਿੰਦੇ ਹਨ। ਯੁਗਾਂ ਦੇ ਅੰਤ ਵਿੱਚ ਠੀਕ ਇਸੇ ਤਰ੍ਹਾਂ ਹੋਵੇਗਾ। ਫਰਿਸ਼ਤੇ ਆਉਣਗੇ ਅਤੇ ਬੁਰੇ ਲੋਕਾਂ ਨੂੰ ਧਰਮੀਆਂ ਤੋਂ ਵੱਖ ਕਰਨਗੇ ਅਤੇ ਉਹਨਾਂ ਨੂੰ ਅੱਗ ਦੀ ਭਖਦੀ ਭੱਠੀ ਵਿੱਚ ਸੁੱਟ ਦੇਣਗੇ। ਉੱਥੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਹਣਗੇ। ਕੀ ਤੁਸੀਂ ਇਹ ਸਭ ਸਮਝ ਗਏ ਹੋ? ਉਹਨਾਂ ਨੇ ਉਸ ਨੂੰ ਕਿਹਾ, ਜੀ ਹਾਂ। ਉਸਨੇ ਅੱਗੋਂ ਉਹਨਾਂ ਨੂੰ ਕਿਹਾ, ਇਸ ਲਈ ਹਰ ਧਰਮ ਗ੍ਰੰਥੀ ਜਿਸ ਨੂੰ ਸਵਰਗ ਰਾਜ ਦੇ ਲਈ ਸਿੱਖਿਆ ਮਿਲੀ ਹੈ, ਘਰ ਦੇ ਉਸ ਮਾਲਕ ਦੇ ਵਾਂਗ ਹੈ, ਜੋ ਆਪਣੇ ਖਜ਼ਾਨੇ ਵਿੱਚੋਂ ਕੀ ਨਵਾਂ ਤੇ ਕੀ ਪੁਰਾਣਾ ਸਭ ਬਾਹਰ ਲੈ ਆਉਂਦਾ ਹੈ। ਇਹ ਸਾਡੇ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਮੇਰੇ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾ ਭੈਣ ਦੇ ਬੱਚਿਓ, ਅੱਜ ਅਸੀਂ ਪਹਿਲੇ ਪਾਠ ਦੇ ਵਿੱਚ ਸੁਣਿਆ ਕਿ ਸੁਲੇਮਾਨ ਨੂੰ ਖੁਦਾ ਕਹਿੰਦਾ ਹੈ ਕਿ ਜੋ ਕੁਝ ਤੈਨੂੰ ਚਾਹੀਦਾ ਤੂੰ ਮੇਰੇ ਤੋਂ ਮੰਗ ਸਕਦਾ ਹੈ। ਹੁਣ ਸੁਲੇਮਾਨ ਪ੍ਰਭੂ ਨੂੰ ਕੀ ਕਹਿੰਦਾ ਹੈ ਕਿ ਪ੍ਰਭੂ ਸਭ ਕੁਝ ਤੇਰਾ ਦਿੱਤਾ ਹੋਇਆ ਹੈ, ਮੈਨੂੰ ਸਿਰਫ ਇੰਨੀ ਸਮਝ ਦੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ, ਉਹਦੇ ਵਿੱਚ ਮੈਂ ਫਰਕ ਕਰ ਸਕਾਂ। ਤੇ ਕਲਾਮ ਸਾਨੂੰ ਗਵਾਹੀ ਦਿੰਦਾ ਹੈ ਕਿ ਪ੍ਰਭੂ ਇੰਨੀ ਖੁਸ਼ੀ ਮਹਿਸੂਸ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ, ਅਗਰ ਤੂੰ ਚਾਹੁੰਦਾ ਤੇ ਲੰਮੀ ਉਮਰ ਲੈ ਸਕਦਾ ਸੀ, ਜੇ ਤੂੰ ਚਾਹੁੰਦਾ ਤੇ ਧਨ ਦੌਲਤ ਮੰਗ ਸਕਦਾ ਸੀ, ਪਰ ਤੂੰ ਮੰਗਿਆ ਕੀ ਹੈ ਕਿ ਕੀ ਸਹੀ ਤੇ ਕੀ ਬੁਰਾ, ਉਹਦੇ ਵਿੱਚ ਮੈਂ ਫਰਕ ਕਰ ਸਕਾਂ। ਦੇਖੋ ਪ੍ਰਭੂ ਕਿਸ ਚੀਜ਼ ਤੋਂ ਖੁਸ਼ ਹੋਇਆ? ਉਸ ਚੀਜ਼ ਤੋਂ ਜੋ ਚੰਗੇ ਤੇ ਬੁਰੇ ਦੇ ਫਰਕ ਦੇ ਨਾਲ ਭਰਿਆ ਹੈ। ਪਹਿਲਾ ਗੁਨਾਹ ਕਿਉਂ ਹੋਇਆ? ਪਹਿਲਾ ਗੁਨਾਹ ਇਸ ਲਈ ਹੋਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਅਸੀਂ ਆਪਣੇ ਬਲਬੂਤੇ ਤੇ ਕੀ ਚੰਗਾ ਤੇ ਕੀ ਮਾੜਾ ਉਹਦੇ ਵਿੱਚ ਫਰਕ
ਕਰ ਸਕੀਏ। ਜੇਕਰ ਸਾਨੂੰ ਯਾਦ ਹੋਵੇ ਤੇ ਉਤਪਤ ਦੇ ਗ੍ਰੰਥ ਵਿੱਚ ਇਹੀ ਕਿਹਾ ਗਿਆ ਕਿ ਉਹ ਜੋ ਦਰਖਤ ਹੈ ਉਹ ਗਿਆਨ ਦਾ ਦਰਖਤ ਹੈ, ਉਹ ਖਾਣ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਕੀ ਸਹੀ ਹੈ ਤੇ ਕੀ ਮਾੜਾ। ਉਹ ਗੁਨਾਹ ਕਿਉਂ ਹੋਇਆ? ਕਿਉਂਕਿ ਤਦ ਉਹਨਾਂ ਨੇ ਆਪਣੇ ਬਲਬੂਤੇ ਤੇ ਕੀ ਚੰਗਾ ਤੇ ਕੀ ਮਾੜਾ ਉਹਦਾ ਫਰਕ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਉਹ ਗੁਨਾਹ ਦੇ ਵਿੱਚ ਪੈ ਗਏ ਤੇ ਮੌਤ ਦੀ ਸਜ਼ਾ ਪੂਰੇ ਮਨੁੱਖ ਜਾਤੀ ਉੱਤੇ ਕਾਇਮ ਹੋ ਗਈ। ਹੁਣ ਇੱਥੇ ਸੁਲੇਮਾਨ ਰਾਜਾ ਹੈ ਜੋ ਆਪਣੇ ਬਲਬੂਤੇ ਤੇ ਨਹੀਂ ਚਾਹੁੰਦਾ। ਉਹ ਕਹਿੰਦਾ ਖੁਦਾ ਤੂੰ ਹੀ ਸਾਨੂੰ ਦੱਸ ਸਕਦਾ ਹੈ, ਮੈਨੂੰ ਆਪਣੀ ਸਾਮਰਥ ਦੇ ਨਾਲ ਭਰਪੂਰ ਕਰ ਸਕਦਾ ਹੈ ਤੇ ਮੈਂ ਜਾਣ ਜਾਵਾਂ ਕੀ ਸਹੀ ਹੈ ਤੇ ਕੀ ਗਲਤ ਹੈ। ਅੱਜ ਦੇ ਸਮੇਂ ਦੇ ਵਿੱਚ ਸਾਡੀ ਮੰਗ ਵੀ ਪ੍ਰਭੂ ਤੇ ਹੀ ਹੋਣੀ ਚਾਹੀਦੀ ਹੈ। ਸਾਡੇ ਆਸ-ਪਾਸ ਬਹੁਤ ਸਾਰੀ ਚੀਜ਼ਾਂ ਨੇ ਜੋ ਲੋਕ ਕਹਿੰਦੇ ਨੇ, ਦੁਨੀਆ ਕਹਿੰਦੀ ਹੈ, ਫੈਸ਼ਨ ਕਹਿੰਦਾ ਕਿ ਸਹੀ ਹੈ। ਕਈ ਵਾਰ ਸਾਨੂੰ ਆਪਣੇ ਆਪ ਨੂੰ ਪਤਾ ਨਹੀਂ ਲੱਗਦਾ, ਕਨਫਿਊਜ਼ ਹੋ ਜਾਂਦੇ ਆ ਕਿ ਇਹ ਸਹੀ ਹੈ ਜਾਂ ਗਲਤ ਹੈ, ਕੁਝ ਪਤਾ ਨਹੀਂ ਲੱਗ ਰਿਹਾ। ਉਸ ਸਮੇਂ ਜੇਕਰ ਆਪਣੇ ਬਲਬੂਤੇ ਤੇ ਲੱਭੋਗੇ ਕਿ ਕੀ ਸਹੀ ਤੇ ਕੀ ਗਲਤ, ਸ਼ਾਇਦ ਅਸੀਂ ਗਲਤ ਰਾਹਾਂ ਉੱਤੇ ਵੀ ਤੁਰ ਜਾਵਾਂਗੇ। ਪਰ ਜਦੋਂ ਖੁਦਾ ਦਾ ਰਹਿਮ ਮੰਗਾਂਗੇ, ਪ੍ਰਭੂ ਤੂੰ ਮੈਨੂੰ ਦੱਸ ਕਿ ਕੀ ਸਹੀ ਹੈ ਤੇ ਕੀ ਗਲਤ, ਤੇ ਉਸ ਸਮੇਂ ਐਸਾ ਨਹੀਂ ਹੋਗਾ ਕਿ ਪ੍ਰਭੂ ਇੱਕਦਮ ਪ੍ਰਗਟ ਹੋ ਕੇ ਦੱਸਣਗੇ ਤੁਹਾਨੂੰ ਕਿ ਆਹ ਸਹੀ ਹੈ ਤੇ ਆਹ ਗਲਤ ਹੈ। ਪ੍ਰਭੂ ਵੱਖ-ਵੱਖ ਲੋਕਾਂ ਦੇ ਰਾਹੀਂ, ਵੱਖ-ਵੱਖ ਘਟਨਾਵਾਂ ਦੇ ਰਾਹੀਂ ਸਾਨੂੰ ਦੱਸੇਗਾ ਕਿ ਆਹ ਸਹੀ ਹੈ ਅਤੇ ਆਹ ਗਲਤ ਹੈ। ਦੂਸਰਾ ਪਾਠ ਸੰਤ ਪੌਲੁਸ ਸਾਨੂੰ ਇੱਕ ਬਹੁਤ ਵਧੀਆ ਗੱਲ ਦੱਸਦਾ ਹੈ ਕਿ ਪ੍ਰਭੂ ਜਿਨ੍ਹਾਂ ਨੂੰ ਚੁਣ ਲੈਂਦਾ ਹੈ, ਉਹਨਾਂ ਨੂੰ ਅਪਣਾ ਕੇ ਉਹਨਾਂ ਦੇ ਨਾਲ ਮਿਲ ਕੇ ਸਾਰੀਆਂ ਚੀਜ਼ਾਂ ਵਿੱਚੋਂ ਭਲਾਈ ਪੈਦਾ ਕਰਦਾ ਹੈ। ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ। ਆਪਣੇ ਜੀਵਨ ਵਿੱਚ ਵੇਖੋ, ਸਾਡੇ ਜੀਵਨ ਵਿੱਚ ਬਹੁਤ ਘਟਨਾਵਾਂ ਹੁੰਦੀਆਂ ਨੇ। ਕਈ ਵਾਰ ਸਾਨੂੰ ਲੱਗਦਾ ਕਿ ਇੰਨੀ ਮਾੜੀ ਹੋ ਗਈ, ਮੇਰਾ ਇੰਨਾ ਮਾੜਾ ਹੋ ਗਿਆ। ਜੇਕਰ ਅਸੀਂ ਖੁਦਾ ਦੇ ਵਿੱਚ ਹਾਂ ਤੇ ਖੁਦਾ ਦੇ ਅੱਗੇ ਸਮਰਪਿਤ ਹਾਂ ਕਿ ਪ੍ਰਭੂ ਕੀ ਸਹੀ ਕੀ ਗਲਤ, ਉਹਦੇ ਵਿੱਚ ਮੈਨੂੰ ਫਰਕ ਦੱਸ। ਫਿਰ ਉਸ ਤੋਂ ਬਾਅਦ ਜੇਕਰ ਤੁਹਾਨੂੰ ਉਸ ਸਮੇਂ ਲੱਗ ਰਿਹਾ ਹੋਵੇ ਕਿ ਮਾੜਾ ਹੋ ਰਿਹਾ, ਪਰ ਪ੍ਰਭੂ ਉਸ ਘਟਨਾ ਦੇ ਰਾਹੀਂ ਵੀ ਤੁਹਾਡੇ ਲਈ ਕੋਈ ਨਾ ਕੋਈ ਭਲਾਈ ਪੈਦਾ ਕਰ ਰਿਹਾ ਹੋਵੇਗਾ। ਤੇ ਜੇਕਰ ਅਸੀਂ ਥੋੜਾ ਸਮਾਂ ਕੱਢ ਕੇ ਆਪਣੇ ਜੀਵਨ ਦੇ ਵੱਲ ਝਾਤ ਮਾਰੀ ਜੋ ਬੀਤਿਆ ਹੋ, ਤੇ ਦੇਖਣਾ ਕਿ ਕਿਸ ਤਰ੍ਹਾਂ ਜੋ ਘਟਨਾਵਾਂ ਸਾਨੂੰ ਸਾਡੇ ਇਤਿਹਾਸ ਵਿੱਚ ਹਿਲਾ ਚੁੱਕੀਆਂ ਸਨ, ਦੁੱਖ ਦਿੱਤਾ, ਦਰਦ ਦਿੱਤਾ ਸੀ, ਬਹੁਤ ਰੋਏ। ਉਸ ਸਮੇਂ ਦੇ ਵਿੱਚੋਂ ਵੀ ਖੁਦਾ ਨੇ ਸਾਡੀ ਕੋਈ ਅਜਿਹੀ ਚੰਗਿਆਈ ਪੈਦਾ ਕਰ ਦਿੱਤੀ ਹੈ ਕਿ ਅੱਜ ਅਸੀਂ ਉਸ ਚੰਗਿਆਈ ਦੇ ਮਾਲਕ ਹਾਂ ਤੇ ਕੋਈ ਹੋਰ ਨਹੀਂ ਹੈ। ਅੱਜ ਸਾਨੂੰ ਮਾਣ ਹੈ ਕਿ ਅਸੀਂ ਉਹਨਾਂ ਦੁੱਖਾਂ ਦੇ ਸਮੇਂ ਦੇ ਵਿੱਚ ਵੀ ਆਪਣਾ ਹੌਸਲਾ ਨਹੀਂ ਛੱਡਿਆ। ਠੀਕ ਹੈ, ਸਟਰਗਲ ਹੋਇਆ, ਰੋਏ, ਟੁੱਟ ਗਏ, ਪਰ ਅਸੀਂ ਇੱਕਦਮ ਖਤਮ ਨਹੀਂ ਹੋਏ। ਪ੍ਰਭੂ ਦੇ ਵਿੱਚ ਫਿਰ ਅਸੀਂ ਆਪਣੇ ਆਪ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਅਸੀਂ ਉਸ ਦੁਖਦਾਈ ਘੜੀ ਉੱਤੇ ਜਿੱਤ ਹਾਸਲ ਕਰਕੇ ਇੱਕ ਚੰਗੇ ਸਮੇਂ ਵਿੱਚ ਆਏ ਹਾਂ। ਇਹ ਸਭ ਤਦ ਹੀ ਸੰਭਵ ਹੈ ਜਦੋਂ ਅਸੀਂ ਆਪਣੀ ਸਮਝ ਦਾ ਜੋ ਦਾਇਰਾ ਉਸ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਵਾਂਗੇ, ਤਾਂ ਸਾਨੂੰ ਸਭ ਕੁਝ ਪਤਾ ਲੱਗੇਗਾ ਅਤੇ ਖੁਦਾ ਆਪਣੇ ਆਪ ਹੀ ਸਾਡੀ ਅਗਵਾਈ ਕਰੇਗਾ। ਚਾਹੇ ਕੋਈ ਰੋੜੇ ਸੁੱਟੇ ਸਾਡੇ ਰਾਹ ਤੇ, ਜੇਕਰ ਅਸੀਂ ਆਪਣੀ ਸਮਝ ਦੇ ਵਿੱਚ ਹਾਂ ਤੇ ਉਹ ਜੋ ਰੋੜੇ ਨੇ ਉਹ ਸਾਡਾ ਰਾਹ ਰੋਕ ਦੇਣਗੇ ਤੇ ਸਾਡੀ ਮੰਜ਼ਿਲ ਉੱਥੇ ਹੀ ਖਤਮ ਹੋ ਜਾਵੇਗੀ। ਪਰ ਜੇਕਰ ਪ੍ਰਭੂ ਵਿੱਚੋਂ, ਫਿਰ ਉਹਨਾਂ ਰੋੜਿਆਂ ਉੱਤੇ ਹੀ ਪੈਰ ਰੱਖ ਕੇ ਇੱਕ ਛਲਾਂਗ ਮਾਰ ਕੇ ਤੁਸੀਂ ਹੋਰ ਫਾਸਟ ਆਪਣੀ ਮੰਜ਼ਿਲ ਦੇ ਵੱਲ ਜਾ ਸਕਦੇ ਹੋ। ਬਸ ਇਹ ਸਾਨੂੰ ਡਿਸਾਈਡ ਕਰਨਾ ਹੈ ਕਿ ਆਪਣੇ ਬਲਬੂਤੇ ਉੱਤੇ ਆਪਣੇ ਆਪ ਨੂੰ ਕਿਵੇਂ ਵਧਾਉਣਾ, ਜਾਂ ਖੁਦਾ ਨੂੰ ਸੁਲੇਮਾਨ ਵਾਂਗ ਕਹਿਣਾ ਕਿ ਪ੍ਰਭੂ ਕੀ ਚੰਗਾ ਕੀ ਮਾੜਾ, ਤੂੰ ਮੇਰੀ ਅਗਵਾਈ ਕਰ, ਇਸ ਤੋਂ ਬਾਅਦ ਮੈਨੂੰ ਕੁਝ ਵੀ ਨਹੀਂ ਚਾਹੀਦਾ ਹੈ। ਹੁਣ ਇਹ ਜੋ ਚੰਗਾ ਅਤੇ ਮਾੜਾ, ਖੁਦਾ ਦਾ ਜੋ ਰਾਜ ਇਹੀ ਹੈ। ਖੁਦਾ ਸਵਰਗ ਰਾਜ ਕੀ ਹੈ? ਖੁਦਾ ਦਾ ਸਵਰਗ ਰਾਜ ਜੇਕਰ ਮੇਰੇ ਵਿੱਚ ਹੈ ਤੇ ਇਹਦੀ ਸਭ ਤੋਂ ਪਹਿਲੀ ਨਿਸ਼ਾਨੀ ਹੀ ਮੈਨੂੰ ਪਤਾ ਹੋਵੇਗਾ ਕੀ ਸਹੀ ਹੈ ਤੇ ਕੀ ਗਲਤ ਹੈ। ਦੁਨੀਆ ਦੀ ਨਜ਼ਰ ਵਿੱਚ ਨਹੀਂ, ਖੁਦਾ ਦੀ ਨਜ਼ਰ ਦੇ ਵਿੱਚ। ਇਸ ਲਈ ਅੱਜ ਜੇਕਰ ਸੁਣਿਆ ਹੋਵੇ, ਪ੍ਰਭੂ ਨੇ ਤਮਸੀਲਾਂ ਸੁਣਾਈਆਂ ਕਿ ਸਵਰਗ ਰਾਜ ਕਿਸ ਵਰਗਾ ਹੈ। ਪਹਿਲਾ ਸਵਰਗ ਰਾਜ ਕਿਹੜਾ ਸੀ? ਸਵਰਗ ਰਾਜ ਖੇਤ ਦੇ ਵਿੱਚ ਲੁਕੇ ਹੋਏ ਖਜ਼ਾਨੇ ਦੇ ਵਾਂਗ ਹੈ। ਦੂਸਰਾ ਸਵਰਗ ਰਾਜ ਹੈ, ਦੂਸਰਾ ਸਵਰਗ ਰਾਜ ਪ੍ਰਭੂ ਕਹਿੰਦਾ ਹੈ ਕਿ ਸਵਰਗ ਰਾਜ ਉਸ ਵਪਾਰੀ ਦੇ ਵਾਂਗ ਹੈ। ਤੇ ਤੀਸਰੇ ਸਵਰਗ ਰਾਜ ਦੀ ਮਿਸਾਲ ਕੀ ਦਿੰਦਾ ਹੈ ਕਿ ਸਵਰਗ ਰਾਜ ਉਸ ਜਾਲ ਦੇ ਵਾਂਗ ਹੈ। ਪਹਿਲਾ ਖਜ਼ਾਨਾ, ਉਹ ਕਿਸ ਨੂੰ ਲੱਭਦਾ ਹੈ ਪਰ ਖਜ਼ਾਨਾ ਸਵਰਗ ਰਾਜ ਹੈ। ਦੂਸਰਾ ਉਹ ਇਨਸਾਨ ਜੋ ਲੱਭ ਰਿਹਾ ਹੈ ਉਹ ਸਵਰਗ ਰਾਜ ਹੈ। ਤੇ ਤੀਸਰਾ ਜਾਲ ਜੋ ਸਾਰਿਆਂ ਨੂੰ ਇਕੱਠਾ ਕਰ ਰਿਹਾ ਹੈ ਉਹ ਸਵਰਗ ਰਾਜ ਹੈ। ਹੁਣ ਅਸੀਂ ਸਵਰਗ ਰਾਜ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ? ਇੱਕ ਚੀਜ਼ ਜੋ ਲੱਭੀ ਗਈ ਉਹ ਸਵਰਗ ਰਾਜ ਹੈ, ਜਾਂ ਜੋ ਲੱਭ ਰਿਹਾ ਹੈ ਉਹ ਸਵਰਗ ਰਾਜ ਹੈ, ਜਾਂ ਜੋ ਸਭ ਕੁਝ ਇਕੱਠਾ ਕਰ ਰਿਹਾ ਹੈ ਉਹ ਸਵਰਗ ਰਾਜ ਹੈ। ਇਸ ਦੇ ਬਾਰੇ ਵੀ ਖੁਦਾ ਦੇ ਅੱਗੇ ਸਮਰਪਿਤ ਕਰਨਾ ਜ਼ਰੂਰੀ ਹੈ ਕਿ ਪ੍ਰਭੂ ਸਾਨੂੰ ਦੱਸੋ ਕੀ ਸਹੀ ਹੈ ਤੇ ਕੀ ਗਲਤ ਹੈ। ਸਵਰਗ ਰਾਜ, ਪ੍ਰਭੂ ਨੇ ਜਦੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ, ਪ੍ਰਭੂ ਨੇ ਕਿਹਾ ਆਪਣੇ ਗੁਨਾਹਾਂ ਤੋਂ ਤੌਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਚੁੱਕਿਆ ਹੈ, ਤੁਹਾਡੇ ਵਿੱਚ ਆ ਚੁੱਕਿਆ ਹੈ। ਅਸੀਂ ਹੀ ਸਵਰਗ ਰਾਜ ਹਾਂ, ਕਿਉਂਕਿ ਪ੍ਰਭੂ ਦੀ ਸਭ ਤੋਂ ਉੱਤਮ ਰਚਨਾ ਕਿਹੜੀ ਹੈ? ਮਨੁੱਖ ਹੈ। ਕਿਉਂ ਉੱਤਮ ਹੈ? ਕਿਉਂਕਿ ਉਹਦੇ ਵਿੱਚ ਖੁਦਾ ਦਾ ਸਵਾਸ ਹੈ, ਖੁਦਾ ਦੀ ਰੂਹ ਹੈ। ਅਸੀਂ ਸਿਰਫ ਮਿੱਟੀ ਨਾਲ ਬਣਾਏ ਖਿਡੌਣੇ ਨਹੀਂ ਹੈਗੇ। ਮਿੱਟੀ ਦੇ ਵਿੱਚ ਖੁਦਾ ਨੇ ਜਦੋਂ ਆਪਣੀ ਰੂਹਾਨੀਅਤ ਪਾਈ, ਅਸੀਂ ਇਨਸਾਨ ਬਣੇ ਹਾਂ। ਇਸ ਤਰ੍ਹਾਂ ਦੇ ਬਲੈਸਡ ਇਨਸਾਨ ਬਣੇ ਹਾਂ ਕਿ ਖੁਦਾ ਨੇ ਆਪਣਾ ਮੁਕਤੀਦਾਤਾ ਸਾਡੇ ਹੀ ਉਸ
ਰੂਪ ਦੇ ਵਿੱਚ ਘੱਲਿਆ ਹੈ। ਸਾਡੀ ਲਾਈਕਨੈਸ, ਸਾਡੀ ਇਮੇਜ ਦੇ ਵਿੱਚ ਅਸੀਂ ਖੁਦਾ ਦੀ ਇਮੇਜ ਅਤੇ ਲਾਈਕਨੈਸ ਵਿੱਚ ਬਣੇ ਹਾਂ, ਹੂਬਹੂ ਰੂਬਰੂ ਅਸੀਂ ਬਣੇ ਹਾਂ। ਸਾਡਾ ਜੋ ਆਪਣਾਪਨ ਹੈ, ਜੋ ਸਾਡੀ ਰੂਹਾਨੀਅਤ ਹੈ, ਇਹੀ ਸਾਡਾ ਸੁਰਗਰਾਜ ਹੈ। ਜਿਹੜੇ ਗਵਾ ਲੈਂਦੇ ਨੇ, ਜਿਹੜੇ ਆਪਣੀ ਰੂਹਾਨੀਅਤ ਗਵਾ ਲੈਂਦੇ ਨੇ ਅਤੇ ਦੁਨੀਆਦਾਰੀ ਵਿੱਚ ਫਸ ਜਾਂਦੇ ਨੇ, ਉਹ ਜਦੋਂ ਆਪਣੇ ਆਪ ਨੂੰ ਲੱਭਦੇ ਨੇ ਤੇ ਉਹ ਉਸ ਖਜ਼ਾਨੇ ਨੂੰ ਲੱਭਦੇ ਨੇ ਜਿਹਦੇ ਬਾਰੇ ਪਹਿਲੇ ਵਿੱਚ ਦੱਸਿਆ ਗਿਆ ਕਿ ਸੁਰਗਰਾਜ ਉਸ ਖਜ਼ਾਨੇ ਦੇ ਵਾਂਗ ਹੈ। ਜਦੋਂ ਤੁਸੀਂ ਆਪਣੇ ਆਪ ਨੂੰ ਗਵਾ ਲੈਂਦੇ ਹੋ ਤੇ ਉਸ ਤੋਂ ਬਾਅਦ ਜਦੋਂ ਆਪਣੇ ਆਪ ਨੂੰ ਲੱਭ ਲੈਂਦੇ ਹੋ, ਉਹ ਹੈ ਪਹਿਲੀ ਮਿਸਾਲ। ਦੂਸਰੀ ਮਿਸਾਲ, ਦੂਸਰਾ ਸੁਰਗਰਾਜ ਯਾਨੀ ਅਸੀਂ ਆਪ, ਜਦੋਂ ਅਸੀਂ ਆਪਣੀ ਖੋਜ ਕਰਨੀ ਸ਼ੁਰੂ ਕਰਦੇ ਹਾਂ ਤੇ ਉਹ ਸੁਰਗਰਾਜ ਦੀ ਸ਼ੁਰੂਆਤ ਹੈ। ਤੇ ਆਪਣੀ ਸੁਰਗਰਾਜ ਕਿਸ ਤਰ੍ਹਾਂ ਅਸੀਂ ਸ਼ੁਰੂਆਤ ਕਰਨੀ ਹੈ ਖੋਜ, ਇਹ ਦੇਖਣਾ ਹੈ ਕਿ ਜੋ ਮੈਂ ਕਰ ਰਿਹਾ ਹਾਂ ਉਹ ਖੁਦਾ ਦੀ ਨਜ਼ਰਾਂ ਵਿੱਚ ਪ੍ਰਵਾਨਯੋਗ ਹੈ ਜਾਂ ਨਹੀਂ ਹੈ। ਉੱਥੋਂ ਸੁਰਗਰਾਜ ਦੀ ਜੋ ਸ਼ੁਰੂਆਤ ਸ਼ੁਰੂ ਹੁੰਦੀ ਹੈ, ਉਹਦਾ ਜੋ ਖੋਜ ਹੈ ਉਹਦੇ ਉੱਤੇ ਪਹਿਲਾ ਅਸੀਂ ਕਦਮ ਰੱਖਦੇ ਹਾਂ। ਤੀਸਰਾ ਹੈ ਜੋ ਜਾਲ, ਕੀ ਚੰਗਾ ਅਤੇ ਕੀ ਮਾੜਾ। ਜੋ ਚੰਗੇ ਨੇ ਉਹ ਵਧੀਆ ਥਾਂ ਤੇ ਪਹੁੰਚਣਗੇ ਤੇ ਜੋ ਮਾੜੇ ਨੇ ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਵੇਗਾ। ਜੇਕਰ ਅਸੀਂ ਪਹਿਲੀ ਦੋ ਸਟੇਜਾਂ ਨੂੰ ਪਾਰ ਨਹੀਂ ਕੀਤਾ, ਯਾਨੀ ਆਪਣੀ ਕੋਈ ਰੂਹਾਨੀਅਤ ਨੂੰ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆਪ ਉਸ ਖੋਜ ਦੇ ਵਿੱਚ ਨਹੀਂ ਨਿਕਲੇ, ਤਾਂ ਅਸੀਂ ਕਿਹੜੀਆਂ ਮੱਛੀਆਂ ਬਣਾਂਗੇ, ਕਿਹੜੇ ਲੋਕ ਬਣਾਂਗੇ ਜੋ ਮਾੜੇ ਨੇ, ਜੋ ਖੁਦਾ ਦੇ ਸੁਰਗਰਾਜ ਵਿੱਚ ਕਦੇ ਵੀ ਦਾਖਲ ਨਹੀਂ ਹੋ ਸਕਦੇ ਨੇ। ਤੇ ਜੇਕਰ ਅਸੀਂ ਉਹਨਾਂ ਦੋਨਾਂ ਪੜਾਵਾਂ ਵਿੱਚੋਂ ਨਿਕਲ ਰਹੇ ਹਾਂ, ਆਪਣੀ ਰੂਹਾਨੀਅਤ ਨੂੰ ਖੋਜ ਰਹੇ ਹਾਂ ਤੇ ਆਪ ਆਪਣੀ ਖੋਜ ਕਰ ਰਹੇ ਹਾਂ, ਤਾਂ ਅਸੀਂ ਉਹਨਾਂ ਚੰਗੇ ਲੋਕਾਂ ਦੇ ਵਾਂਗ ਹਾਂ ਜਿਨ੍ਹਾਂ ਦਾ ਸੁਰਗਰਾਜ ਵਿੱਚ ਦਾਖਲ ਹੋਣਾ ਸੰਭਵ ਹੈ, ਮੁਮਕਿਨ ਹੈ ਤੇ ਉਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ ਹੈ। ਬਹੁਤ ਵਾਰ ਸਾਨੂੰ ਦੱਸਿਆ ਵੀ ਜਾਂਦਾ ਹੈ, ਕਈ ਵਾਰ ਅਸੀਂ ਸੁਣਦੇ ਵੀ ਕਿ ਸੁਰਗਰਾਜ ਇਸ ਤਰ੍ਹਾਂ ਹੈ, ਸੁਰਗਰਾਜ ਉਸ ਤਰ੍ਹਾਂ ਹੈ, ਪਰ ਅੱਜ ਕਲਾਮ ਸਾਨੂੰ ਦੱਸਦਾ ਹੈ ਕਿ ਸੁਰਗਰਾਜ ਹੈ ਖੁਦਾ ਦੀ ਮਰਜ਼ੀ ਅਨੁਸਾਰ ਚੱਲਣਾ। ਸੁਰਗਰਾਜ ਹੈ ਆਪਣੀ ਰੂਹਾਨੀਅਤ ਨੂੰ ਲੱਭਣਾ। ਸੁਰਗਰਾਜ ਹੈ ਖੁਦਾ ਦੇ ਰਾਹਾਂ ਉੱਤੇ ਅੱਗੇ ਵੱਧ ਕੇ ਦੂਸਰੇ ਲੋਕਾਂ ਨੂੰ ਵੀ ਉਸ ਰਾਹ ਉੱਤੇ ਚੱਲਣ ਦਾ ਸੱਦਾ ਦੇਣਾ। ਇੱਕ ਵਾਰ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਹਾਸਲ ਕਰ ਲਿਆ ਤੇ ਅਸੀਂ ਆਪ ਹੀ ਸੁਰਗਰਾਜ ਹਾਂ। ਸੁਰਗਰਾਜ ਸਾਡੇ ਵਿਚਕਾਰ ਹੈ ਤੇ ਉਹ ਸੁਰਗਰਾਜ ਤਦ ਹੀ ਹਾਸਲ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਮੁਕਤ ਹੋਵਾਂਗੇ। ਇਸ ਲਈ ਹਮੇਸ਼ਾ ਪ੍ਰਭੂ ਦੇ ਪ੍ਰਚਾਰ ਦਾ ਜੋ ਪਹਿਲਾ ਮੁੱਖ ਬੰਦ ਹੈ ਉਸ ਨੂੰ ਯਾਦ ਰੱਖਣਾ, ਤੌਬਾ ਕਰੋ, ਗੁਨਾਹ ਨੂੰ ਛੱਡੋ, ਕਿਉਂਕਿ ਸੁਰਗਰਾਜ ਤੁਹਾਡੇ ਨੇੜੇ ਆ ਚੁੱਕਾ ਹੈ। ਤੇ ਜਦੋਂ ਅਸੀਂ ਖੁਦਾ ਦੀ ਮਰਜ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ, ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਹਰ ਵਕਤ ਅਸੀਂ ਇੱਕ ਖਿਡੌਣੇ ਵਾਂਗ ਚੱਲਦੇ ਰਵਾਂਗੇ। ਸੁਲੇਮਾਨ, ਤੁਹਾਨੂੰ ਪਤਾ ਹੈ ਉਸਨੂੰ ਕੀ ਸਹੀ ਕੀ ਗਲਤ, ਪ੍ਰਭੂ ਕਹਿੰਦਾ ਕਿ ਤੈਨੂੰ ਅਜਿਹੀ ਮੈਂ ਬੁੱਧ ਦੇਵਾਂਗਾ ਜੋ ਨਾ ਕਿਸੇ ਨੂੰ ਮਿਲੀ ਹੈ ਤੇ ਨਾ ਹੀ ਅੱਗੇ ਕਦੇ ਮਿਲੇਗੀ। ਪਰ ਕੀ ਸੁਲੇਮਾਨ ਨੇ ਅੱਗੇ ਜਾ ਕੇ ਗੁਨਾਹ ਕੀਤਾ? ਗੁਨਾਹਾਂ ਵਿੱਚ ਪਿਆ ਕਿ ਨਹੀਂ ਪਿਆ? ਉਹ ਵੀ ਪਿਆ ਗੁਨਾਹਾਂ ਦੇ ਵਿੱਚ। ਅਸੀਂ ਸਾਰੇ ਖੁਦਾ ਦੇ ਹੱਥਾਂ ਦੀ ਕਠਪੁਤਲੀ ਨਹੀਂ ਹੈ। ਸਾਡੇ ਅੰਦਰ ਆਜ਼ਾਦ ਮਰਜ਼ੀ ਹੈ। ਸਾਨੂੰ ਵਰਦਾਨ ਮਿਲਦੇ ਨੇ, ਉਸ ਦਾ ਸਹੀ ਉਪਯੋਗ ਕਰਨਾ ਜਾਂ ਗਲਤ ਉਪਯੋਗ ਕਰਨਾ ਉਹ ਸਾਡੇ ਹੱਥ ਦੇ ਵਿੱਚ ਹੈ। ਸਾਨੂੰ ਪ੍ਰਚਾਰ ਦਾ ਜਾਂ ਲੋਕਾਂ ਨੂੰ ਹਸਾਉਣ ਦਾ, ਲੋਕਾਂ ਨੂੰ ਦੁੱਖ ਦਰਦ ਵੰਡਣ ਦਾ ਸਾਡੇ ਕੋਲ ਵਰਦਾਨ ਹੋਵੇਗਾ। ਜੇਕਰ ਗਲਤ ਇਸਤੇਮਾਲ ਕਰੋਗੇ ਤਾਂ ਸੁਲੇਮਾਨ ਦੇ ਵਾਂਗ ਅਸੀਂ ਵੀ ਗੁਨਾਹਾਂ ਵਿੱਚ ਪੈ ਜਾਵਾਂਗੇ। ਪਰ ਜੇਕਰ ਸਹੀ ਇਸਤੇਮਾਲ ਕਰੋਗੇ ਤਾਂ ਕੀ ਹੋਏਗਾ? ਅਸੀਂ ਆਪਣੀ ਰੂਹਾਨੀਅਤ ਲੱਭਾਂਗੇ, ਅਸੀਂ ਆਪ ਖੋਜੀ ਬਣਾਂਗੇ ਤੇ ਅਸੀਂ ਉਹਨਾਂ ਚੰਗੇ ਲੋਕਾਂ ਵਿੱਚ ਆਵਾਂਗੇ ਜਿਨ੍ਹਾਂ ਦੀ ਗਿਣਤੀ ਸੁਰਗਰਾਜ ਦੇ ਵਾਰਸਾਂ ਵਿੱਚ ਹੁੰਦੀ ਹੈ। ਤੇ ਆਓ ਅਸੀਂ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ ਇਸ ਪਾਕ ਮਾਸ ਦੇ ਵਿੱਚ ਕਿ ਖੁਦਾ ਸਾਨੂੰ ਬਰਕਤ ਦੇਵੇ ਤਾਂ ਜੋ ਅਸੀਂ ਸੁਰਗਰਾਜ ਆਪਣੀ ਰੂਹਾਨੀਅਤ ਦੀ ਖੋਜ ਕਰੀਏ, ਆਪ ਉਹ ਖੋਜੀ ਬਣੀਏ ਜੋ ਆਪਣੇ ਆਪ ਨੂੰ ਲੱਭੇ ਅਤੇ ਖੁਦਾ ਦੀ ਰੂਹਾਨੀਅਤ ਵਿੱਚ ਅੱਗੇ ਵਧਦੇ ਹੋਏ ਅਸੀਂ ਉਹਨਾਂ ਲੋਕਾਂ ਵਿੱਚ ਸ਼ਾਮਿਲ ਹੋ ਜਾਈਏ, ਸੰਤਾਂ ਦੀ ਸੰਗਤ ਵਿੱਚ ਸ਼ਾਮਿਲ ਹੋਈਏ ਜੋ ਖੁਦਾ ਦੇ ਹਜ਼ੂਰ ਹਮੇਸ਼ਾ ਉਸਦੀ ਵਡਿਆਈ ਕਰਦੇ ਨੇ। ਤੇ ਇਸ ਪਾਕ ਮਾਸ ਦੇ ਵਿੱਚ ਅਸੀਂ ਆਪਣੇ ਸਿਸਟਰ ਜੀ ਦੀ ਪ੍ਰਾਰਥਨਾ ਕਰੀਏ ਤਾਂ ਜੋ ਹਰ ਕੋਈ ਜੋ ਸੁਰਗਰਾਜ ਦੇ ਲਈ ਆਪਣੀ ਯੋਗਦਾਨ ਦੇ ਰਿਹਾ ਹੈ, ਮਿਹਨਤ ਕਰ ਰਿਹਾ, ਉਹ ਸਭ ਖੁਦਾ ਦੀ ਬਰਕਤਾਂ ਭਰਪੂਰ ਹੋਣ। ਤਾਂ ਅਸੀਂ ਇਹਨਾਂ ਹੀ ਵਿਚਾਰਾਂ ਦੇ ਨਾਲ ਪੂਰੇ ਵਿਸ਼ਵਾਸ ਨਾਲ ਖੜੇ ਹੋ ਕੇ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰੀਏ। ਰਸੂਲਾਂ ਦਾ ਕਲਮਾ ਮੈਂ ਖੁਦਾ ਦੇ ਨਾਮ ਕਰਦਾ ਜਿਹੜਾ ਬੜਾ ਹੋਏ ਗੁਰਦੁਆਰਾ ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। मैं यीशु मसीह ते हमारा ਸਰਲਤਾ ਬੇਟਾ ਤੇ ਸਾਡਾ ਖੁਦਾ ਬੰਦੇ ਨੇ ਔਰ ਬਾਦ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਘਰ ਵਿੱਚ ਪਿਆ ਤੇ ਉਸ ਤੋਂ ਜਨਮਿਆ, ਉਸਨੇ ਪੈਨ ਸਲੀਬ ਤੇ ਚੜ੍ਹਾਇਆ ਗਿਆ, ਮਰ ਗਿਆ ਤੇ ਦੱਸਿਆ ਗਿਆ, ਵਰਸੇ ਦੀ ਰਾਤ ਰਿਹਾ, ਤੀਸਰੇ ਦਿਨ ਮੁਰਦਾ ਵਿੱਚ ਚੜ੍ਹ ਗਿਆ, ਆਸਮਾਨ ਵੱਲ ਚੜ੍ਹ ਗਿਆ, ਖੁਦਾ ਬਾਪ ਪਰਿਵਿੱਤਰ ਦੇ ਵਾਲੇ ਸੱਜੇ ਜਾਣਾ ਜਿੱਥੋਂ ਜਿਉਂਦੇ ਦਾ ਮੁਰਦੇ ਦਾ ਸਾਸਤਾ ਲੈ ਫੇਰਾ मैं मारे बाप दे एक बार कहते हैं कलीसिया ਜਿੰਦੇ ਖੁਦਾ ਦੇ ਚਰਨਾਂ ਵਿੱਚ ਆਪਣੀਆਂ ਰਜ਼ੋਈਆਂ ਪੇਸ਼ ਕਰੀਏ, ਉਸ ਨੂੰ ਪੁਕਾਰੀਏ। ਕਲਾਮ ਕਹਿੰਦਾ ਤੂੰ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ।
ਆਪਣੇ ਰੂਹਾਨੀਅਤ ਵਿੱਚ ਅੱਗੇ ਵਧਣ ਲਈ ਜੋ ਸਾਨੂੰ ਵਰਦਾਨ ਚਾਹੀਦੇ ਨੇ, ਜੋ ਸਾਨੂੰ ਬਰਕਤਾਂ ਚਾਹੀਦੀਆਂ ਨੇ, ਉਹ ਖੁਦਾ ਅੱਗੇ ਪੇਸ਼ ਕਰੀਏ ਤੇ ਸਾਡਾ ਨਮਸਕਾਰ ਹੋਵੇਗਾ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਸੰਤ ਪਾਪਾ ਤੋਂ ਵੀ ਦੁਆ ਮੰਗੀਏ ਕਿ ਉਹ ਸੰਸਾਰ ਭਰ ਦੇ ਕੈਥੋਲਿਕਾਂ ਨੂੰ ਈਮਾਨ ਵਿੱਚ ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਸੰਤਾਰ ਦੇ ਸਾਹਮਣੇ ਹਾਜ਼ਰ ਸਾਰੇ ਇਮਾਨਦਾਰਾਂ ਦੀ ਦੁਆ ਮੰਗੀਏ ਕਿ ਅਸੀਂ ਸਾਰੇ ਈਮਾਨ ਅਤੇ ਭਗਤੀ ਨਾਲ ਪਾਕ ਭੇਦਾਂ ਵਿੱਚ ਦੀਆਂ ਬਰਕਤਾਂ ਨਾਲ ਮਾਲਾ ਮਾਲ ਹੋਈਏ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਗਰੀਬਾਂ ਤੇ ਲਾਚਾਰ ਮਨੁੱਖਾਂ ਦੀ ਦੁਆ ਮੰਗੀਏ ਜਿਨ੍ਹਾਂ ਕੋਲ ਖਾਣ ਪੀਣ ਦੇ ਲਈ ਜ਼ਰੂਰੀ ਵਸਤਾਂ ਨਹੀਂ ਹਨ ਅਤੇ ਆਪਣੀ ਹੈਸੀਅਤ ਮੁਤਾਬਿਕ ਉਹਨਾਂ ਦੀ ਮਦਦ ਕਰਨ ਦੀ ਪ੍ਰੇਰਨਾ ਮੰਗੀਏ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਲੋਕਾਂ ਦੀ ਦੁਆ ਕਰੀਏ ਜਿਹੜੇ ਤਰ੍ਹਾਂ ਤਰ੍ਹਾਂ ਦੇ ਝਗੜਿਆਂ ਨਾਲ ਕੋਰਟ ਕਚਹਿਰੀਆਂ ਵਿੱਚ ਫਸੇ ਹਨ ਤਾਂ ਕਿ ਉਹਨਾਂ ਨੂੰ ਖੁਦਾ ਦੀ ਮਿਹਰ ਮਿਲੇ ਅਤੇ ਪ੍ਰਭੂ ਯਿਸੂ ਰਾਹੀਂ ਸਿਖਾਏ ਹੋਏ ਰਾਹ ਉੱਤੇ ਚੱਲਣ ਦੀ ਤਾਕਤ ਪਾ ਸਕਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਹੈ ਪ੍ਰਭੂ ਯਿਸੂ ਅਸੀਂ ਆਪਣੀ ਮਦਦ ਵਾਸਤੇ ਪ੍ਰਾਰਥਨਾ ਕਰਦੇ ਹਾਂ ਜੋ ਕਿ ਅੱਜ ਦੇ ਦਿਨ ਆਪਣੀ ਈਦ ਮਨਾ ਰਹੇ ਹਨ। ਖੁਦਾ ਬਾਪ ਉਹਨਾਂ ਨੂੰ ਆਪਣੀਆਂ ਬਰਕਤਾਂ ਦੇ ਨਾਲ ਹਰ ਟਾਈਮ ਮਾਲਾ ਮਾਲ ਰੱਖਣਾ, ਜਿਸ ਤਰ੍ਹਾਂ ਤੁਸੀਂ ਅੱਜ ਤੱਕ ਉਹਨਾਂ ਨੂੰ ਸੰਭਾਲ ਕੇ ਰੱਖਿਆ, ਅੱਗੇ ਵੀ ਇਸੇ ਤਰ੍ਹਾਂ ਆਪਣੇ ਪਵਿੱਤਰ ਹੱਥਾਂ ਵਿੱਚ ਸੰਭਾਲ ਕੇ ਰੱਖਣਾ। ਐ ਪ੍ਰਭੂ ਯਿਸੂ ਹਰ ਟਾਈਮ ਉਹਨਾਂ ਨੂੰ ਆਪਣੇ ਪਵਿੱਤਰ ਕੰਮਾਂ ਦੇ ਵਿੱਚ ਅੱਗੇ ਵਧਣ ਦੀ ਮਦਦ ਦੇਣਾ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਪਰਿਵਾਰ ਦੇ ਬਿਮਾਰ ਲੋਕਾਂ ਦੇ ਲਈ, ਸਿਸਟਰ ਪੌਲਿਨ ਜਿਹੜੇ ਪ੍ਰਧਾਨ ਸੋਹਨ ਤੇ ਉਹ ਸਭ ਜੋ ਬਿਮਾਰ ਨੇ, ਜਿਨ੍ਹਾਂ ਨੇ ਪ੍ਰਾਰਥਨਾ ਦੀ ਮੰਗ ਕੀਤੀ ਹੈ, ਜਿੰਦੇ ਖੁਦਾ ਨਾਲ ਸਭ ਨੂੰ ਆਪਣੇ ਪਵਿੱਤਰ ਖਿਲਾਉਣੇ ਹੱਥ ਨਾਲ ਛੂ ਲੈ। ਪ੍ਰਾਰਥਨਾ ਕਰਦੇ ਹਾਂ ਭੈਣ ਮਨਜੀਤ ਦੇ ਲਈ ਜੋ ਕਿ ਹਸਪਤਾਲ ਵਿੱਚ ਹਨ। ਖੁਦਾ ਬੰਦਾ ਸਾਡਾ ਵਿਸ਼ਵਾਸ ਹੈ ਤੂੰ ਅੱਜ ਇਸ ਸਮੇਂ ਆਪਣੇ ਪਵਿੱਤਰ ਹੱਥਾਂ ਦੇ ਨਾਲ ਆਪਣੇ ਜ਼ਖਮਾਂ ਵਿੱਚੋਂ ਨਿਕਲੇ ਪਵਿੱਤਰ ਲਹੂ ਦੇ ਨਾਲ ਉਹਨਾਂ ਨੂੰ ਮਸਾ ਕਰ ਰਿਹਾ ਹੈ, ਛੂ ਰਿਹਾ ਹੈ। ਜਿੰਦੇ ਖੁਦਾ ਬਹੁਤ ਸਾਰੇ ਲੋਕਾਂ ਨੇ ਸਾਡੀ ਇਸ ਸੇਵਾ ਦੇ ਸਮੇਂ ਸਾਡੇ ਇਸ ਹਫ਼ਤੇ ਜੋ ਬਿਤਾਇਆ, ਬਹੁਤ ਲੋਕਾਂ ਨੇ ਸਾਡੇ ਤੋਂ ਪ੍ਰਾਰਥਨਾ ਦੀ ਮੰਗ ਕੀਤੀ, ਉਹਨਾਂ ਸਭ ਨੂੰ ਖੁਦਾ ਬੰਦਾ ਅੱਜ ਆਪਣੇ ਪਵਿੱਤਰ ਹੱਥਾਂ ਛੂ ਕੇ ਆਪਣੀ ਸ਼ਿਫਾ ਬਖਸ਼। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਆਪਣੀ ਨਿੱਜੀ ਅਰਜ਼ਾਂ ਤੇ ਮਿੰਨਤਾਂ ਜਿੰਦੇ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ ਤੇ ਮਾਤਾ ਮਰੀਮ ਦੀ ਸਿਫਾਰਿਸ਼ ਮੰਗਦੇ ਹੋਏ ਆਖੀਏ, ਸਲਾਮ ਏ ਮਰੀਮ ਸਲਾਮ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੇ ਪੁੱਤ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਸਭਨਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਐ ਜਿਉਂਦੇ ਖੁਦਾ ਅਸੀਂ ਸਭ ਕੁਝ ਮੰਗਦੇ ਹਾਂ ਤੁਹਾਡੇ ਪਿਆਰੇ ਅਤੇ ਸ਼ਕਤੀਸ਼ਾਲੀ ਨਾਮ ਉੱਤੇ। ਆਮੀਨ। प्यारे मसीहा कर ले परवान, अर्पण करा मैं रूह समझा। प्यारे मसीहा कर ले परवान, अर्पण करा मैं रूह समझा। मर्जी में तेरी करा सदा, जीवन पर अपना राह दिखा। मर्जी में तेरी करा सदा, जीवन पर अपना राह दिखा। खुलाना दिल में तेरा करा, अर्पण करा मैं रूह समझा। प्यारे मसीहा कर ले परवान, अर्पण करा मैं रूह समझा। अर्पण करा मैं रूह समझा। ਭੈਣੋ ਤੇ ਭਰਾਓ ਪ੍ਰਾਰਥਨਾ ਕਰੋ ਕਿ ਸਾਡਾ ਸਰਵਸ਼ਕਤੀਮਾਨ ਖੁਦਾ ਬਾਪ ਮੇਰੀ ਅਤੇ ਤੁਹਾਡੀ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚ ਆਪਣੇ ਨਾਮ ਦੇ ਸਿੱਧੇ ਵਡਿਆਈ ਦੇ ਲਈ, ਨਾਲੇ ਸਾਡੇ ਤੇ ਸਾਰੀ ਪਵਿੱਤਰ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ ਇਹਨਾਂ ਨਜ਼ਰਾਨਿਆਂ ਨੂੰ ਪ੍ਰਵਾਨ ਕਰ ਜੋ ਤੇਰੀਆਂ ਅਣਗਿਣਤ ਦਾਤਾਂ ਵਿੱਚੋਂ ਅਸੀਂ ਤੈਨੂੰ ਚੜਾਉਂਦੇ ਹਾਂ। ਬਖਸ਼ ਦੇ ਕਿ ਤੇਰੀ ਰੂਹ ਇਹਨਾਂ ਪਾਕ ਭੇਦਾਂ ਦੇ ਰਾਹੀਂ ਸਾਡੀ ਜ਼ਿੰਦਗੀ ਨੂੰ ਪਵਿੱਤਰ ਕਰੇ ਅਤੇ ਅਨੰਤ ਖੁਸ਼ੀ ਵੱਲ ਸਾਡੀ ਅਗਵਾਈ ਕਰੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਦੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਦੇ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਤੇਰਾ ਧੰਨਵਾਦ ਕਰੀਏ।
ਸਾਰੀਆਂ ਚੀਜ਼ਾਂ ਤੇਰੀਆਂ ਹੀ ਸਿਰਜੀਆਂ ਹਨ। ਸਭ ਰੁੱਤਾਂ ਤੇ ਸਮੇਂ ਤੇਰੇ ਨਿਯਮਾਂ ਨੂੰ ਮੰਨਦੇ ਹਨ। ਪਰ ਤੂੰ ਇਨਸਾਨ ਨੂੰ ਆਪਣੇ ਹੀ ਸਰੂਪ ਉੱਤੇ ਬਣਾਉਣਾ ਚਾਹਿਆ ਅਤੇ ਸਾਰੇ ਸੰਸਾਰ ਨੂੰ ਇਸ ਦੇ ਸਭ ਅਜੂਬਿਆਂ ਸਣੇ ਉਸ ਦੇ ਅਧੀਨ ਕਰ ਦਿੱਤਾ। ਤੂੰ ਇਨਸਾਨ ਨੂੰ ਸਾਰੀ ਸ੍ਰਿਸ਼ਟੀ ਦਾ ਕਾਰ ਮੁਖਤਿਆਰ ਠਹਿਰਾਇਆ ਤਾਂ ਕਿ ਉਹ ਦਿਨੋਂ ਦਿਨ ਤੇਰੀ ਦਨਾਈ ਅਤੇ ਕੁਦਰਤ ਦੇ ਅਨੋਖੇ ਕੰਮਾਂ ਦੇ ਲਈ ਮਸੀਹ ਸਾਡੇ ਪ੍ਰਭੂ ਦੇ ਰਾਹੀਂ ਤੇਰੀ ਵਡਿਆਈ ਕਰੇ। ਇਸ ਲਈ ਅਸੀਂ ਆਪਣੀ ਖੁਸ਼ੀ ਦੇ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਲਗਾਤਾਰ ਇਹ ਐਲਾਨ ਕਰਦੇ ਹਾਂ। खुदावंद है सदा, पार 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 फरिश्ते गौण सदा, पार 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 खुदावंद है सदा, पार 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 फरिश्ते गौण सदा, खुदावंद सदा, खुदावंद सदा, खुदावंद सदा, लश्करां दा खुदा, खुदावंद सदा, खुदावंद सदा, खुदावंद सदा, लश्करां दा खुदा, पार 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 खुदावंद है सदा, पार 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 फरिश्ते गौण सदा, ज़मीन आसमान भरपूर हन, नाले तेरी वडियाइयां, ज़मीन आसमान भरपूर हन, नाले तेरी वडियाइयां, होसाना, 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 पाक 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 खुदावंद है सदा, पाक 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 फरिश्ते गौण सदा, ओ धन है जो आंदा खुदावंद दे नाते, 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 होसाना, 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 पाक 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 खुदावंद है सदा, पाक 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 फरिश्ते गौण सदा, पाक 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 खुदावंद है सदा, पाक 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 फरिश्ते गौण सदा, खुदावंद सदा, खुदावंद सदा, खुदावंद सदा, लश्करां दा खुदा, खुदावंद सदा, खुदावंद सदा, खुदावंद सदा, लश्करां दा खुदा, पाक 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 खुदावंद है सदा, पाक पाक फरिश्ते गौण सदा। ऐ प्रभु तू सचमुच पवित्र है ते सही है कि तेरी सारी सृष्टि तेरी वडियाई करे। तेरे बेटे ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਪਾਕ ਦੀ ਕੁਦਰਤ ਦੇ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਐ ਪ੍ਰਭੂ ਅਸੀਂ ਹਜ਼ੂਰੀ ਦੇ ਨਾਲ ਤੇਰੀ ਮਿਹਨਤ ਕਰਦੇ ਹਾਂ ਕਿ ਆਪਣੀ ਮਿਹਰ ਦੇ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਦੇ ਨਾਲ ਅਸੀਂ ਇਹਨਾਂ ਮਹਾਨ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਤੇ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋਂ ਦਿੱਤੀ ਇਹ ਆਖਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਪਿੱਛੋਂ ਉਸਨੇ ਪਿਆਲਾ ਲਿਆ
ਤੇਰੀ ਵਡਿਆਈ ਅਤੇ ਧੰਨਵਾਦ ਕੀਤਾ। ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਆਖਦੇ ਹੋਏ, ਤੁਸੀਂ ਸਾਰੇ ਇਹ ਲਹੂ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਦੇ ਵਿੱਚ ਇਹ ਕਰਿਆ ਕਰੋ। ईमान दा भेद। प्रभु मुक्ति दाते, असी इस कुर्बानी देना, तेरी मौत ते फिर जी उठने नू याद कर दे हाँ, याद कर दे हाँ। प्रभु मुक्ति दाते, असीस कुर्बानी देना, तेरी दूसरी बारी आने उते आस रख दे हाँ, आस रख दे हाँ। इसलिए है प्रभु, ਅਸੀਂ ਤੇਰੇ ਬੇਟੇ ਦੇ ਮੁਕਤਕਾਰੀ ਦੁੱਖ ਕੋ, ਉਸ ਦੇ ਜਲਾਲੀ ਜੀ ਉਠਣ ਅਤੇ ਸੁਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ, ਅਤੇ ਉਸ ਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ। ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਹਿਚਾਨ, ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਵਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਦੇ ਨਾਲ ਰਜਾਏ ਹੋਏ ਅਤੇ ਉਸ ਦੇ ਰੂਪਾਗ ਦੇ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਦੇ ਨਾਲ, ਖਾਸ ਕਰਕੇ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਸੰਤ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਦੇ ਨਾਲ ਤੇ ਜਸਵੀ ਸ਼ਹੀਦਾਂ ਦੇ ਨਾਲ, ਸੰਤ ਜੋਆਕਿਮ ਅਤੇ ਹੰਨਾ, ਸੰਤ ਐਂਥਨੀ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਦੇ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਦੇ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪ ਸਾਹਿਬਾਨ ਫ੍ਰੈਂਕੋ ਤੇ ਐਗਨੈਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪੁਰੋਹਿਤਾਂ ਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਦੇ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸਦਨ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਤੇਰੇ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣਾਂ ਭਰਾਵਾਂ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਾਣਾ ਕਰ ਗਏ ਹਨ, ਮਿਹਰ ਦੇ ਨਾਲ ਆਪਣੇ ਰਾਜ ਦੇ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਦੇ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਖੁਦਾ ਨੂੰ ਆਪਣਾ ਬਾਪ ਪਾ ਕੇ ਪੁਕਾਰੀਏ, ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਨੇ ਸਾਨੂੰ ਆਪ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੁਰਿੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗ ਯੁਗ ਤੇਰਾ ਹੀ ਹੈ।
ਐ ਪ੍ਰਭੂ ਯਿਸੂ ਮਸੀਹਾ ਤੋਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਮਾਨ ਨੂੰ ਵੇਖ ਅਤੇ ਉਸ ਦੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਆਪ ਆਪ ਹੋਵੇ ਸ਼ਾਂਤੀ ਅਸਲਾਮ ਦੇ। ਲੈ ਖੁਦਾ ਦੇ ਤੂੰ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਲੈ ਖੁਦਾ ਦੇ, ਲੈ ਖੁਦਾ ਦੇ ਸਾਡੇ ਉੱਤੇ ਦਇਆ ਕਰ। ਲੈ ਖੁਦਾ ਦੇ ਤੂੰ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਲੈ ਖੁਦਾ ਦੇ, ਲੈ ਖੁਦਾ ਦੇ ਸਾਡੇ ਉੱਤੇ ਦਇਆ ਕਰ। ਲੈ ਖੁਦਾ ਦੇ ਤੂੰ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਲੈ ਖੁਦਾ ਦੇ, ਲੈ ਖੁਦਾ ਦੇ ਸਾਨੂੰ ਸ਼ਾਂਤੀ ਪ੍ਰਦਾਨ ਕਰ। ਵੇਖੋ ਖੁਦਾ ਦਾ ਲੇਲਾ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਾਂ ਅਸੀਂ ਜੋ ਉਸ ਦੇ ਮਹਾਪੁਰਸ਼ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ ਮੈਂ ਸੋਤਾ ਨਹੀਂ ਹਾਂ ਕਿ ਤੂੰ ਮੇਰੀ ਸ਼ਰਤ ਲੈ ਆਵੇ, ਪਰ ਇੱਕ ਹੀ ਵਚਨ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਂਦਾ ਹੈ, ਸਾਡੇ ਜਵਾਬ ਤਾਂ ਕਿ ਅਸੀਂ ਵੀ ਤੇਰੇ ਨਾਮ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐਸਾ ਮਿਲਸਾ ਜੇ ਸਾਨੂੰ ਮਸੀਹ ਨੂੰ ਪਾਇਆ, ਉਸੇ ਦਾ ਸਾਨੂੰ ਵੀ ਉਹ ਸਿਵਾ ਕਰਨ ਸਿਖਾ।
शै बन जावदा यसु प्यार नाल सब नूं बुलावदा बड़ी लोड़ वाली शै बन जावदा अगे माया दे पार हेठां दब्बिया दुखी दिलां नूं आराम पहुंचावदा आओ आगे शराकत लैण ਚੱਲੀਏ ਯीशु ਸਾਰਿਆਂ ਨੂੰ ਕੋਲ ਬੁਲਾਵਦਾ ਧੱਕੇ ਮਾਰਿਆਂ ਦੇ ਪਾਰ ਹੇਠਾਂ ਦੱਬਿਆ ਦੁਖੀ ਦਿਲਾਂ ਨੂੰ ਆਰਾਮ ਪਹੁੰਚਾਵਦਾ ਆਓ ਆਗੇ ਸ਼ਰਾਕਤ ਲੈਣ ਚੱਲੀਏ ਯीशु ਸਾਰਿਆਂ ਨੂੰ ਕੋਲ ਬੁਲਾਵਦਾ दुआवा पाक शराकत लैन दे पिछों सरीदे दा अंबल सारे भैन भरा मिल के आखिए आए लाही यसु ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦਾ ਹਾਂ ਤੂੰ ਮੇਰਾ ਖਾਲਕ ਅਤੇ ਮਾਲਿਕ ਹੈ ਸਦਾ ਤੀਕਰ ਤੇਰੀ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਤੇਰੀ ਬੁਜ਼ੁਰਗੀ ਵਡਿਆਈ ਤੇ ਬੰਦਗੀ ਕੀਤੀ ਜਾਵੇ ਐ ਮਿਹਰਬਾਨ ਯਿਸੂ ਮੈਂ ਤੇਰੇ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ ਮੈਂ ਕੱਖ ਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗਾ ਮੈਂ ਆਪਣੇ ਮਦਦ ਦੇ ਰੂਪ ਖਿਆਲਾਂ ਤੇ ਦਲੀਲਾਂ ਗੱਲਾਂ ਤੇ ਕੰਮਾਂ ਖੁਸ਼ੀਆਂ ਤੇ ਦੁੱਖਾਂ ਨਾਲ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦਾ ਹਾਂ ਮੇਰੇ ਬਦਲ ਨੂੰ ਲੈ ਲੈ ਇਹਦੇ ਵਿੱਚ ਬਸ ਇਸ ਸਭ ਬਣਾਈ ਸਭ ਸੋ ਸਾਫ਼ ਰੱਖ ਮੇਰੀ ਮਰਜ਼ੀ ਨੂੰ ਲੈ ਲੈ ਇਹਨੂੰ ਆਪਣੀ ਮਰਜ਼ੀ ਤੇ ਚਲਾ ਮੇਰੀ ਰਾਤ ਨੂੰ ਲੈ ਲੈ ਇਹਦੇ ਵਿੱਚ ਚਲਿਆ ਕਰ ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ ਮੇਰੇ ਅਕਲ ਲੈ ਲੈ ਇਹਨੂੰ ਵਧਾ ਤਾਂ ਜੋ ਮੈਂ ਤੈਨੂੰ ਵਧੀ ਜਾਣਾ ਤੇ ਪਿਆਰ ਕਰਾਂ ਮੈਨੂੰ ਸਾਰੇ ਨੂੰ ਲੈ ਲੈ ਤਾਂ ਜੋ ਮੈਂ ਸਭ ਕੁਝ ਤੇਰੇ ਪਿਆਰ ਵਾਸਤੇ ਕਰਾਂਗਾ ਆਮੀਨ आए ओ मसीह दी मैनू पाक कर ਆਏ ਬਲ ਮਸੀਹ ਦੇ ਮੈਨੂੰ ਬਚਾ ਆਏ ਉਹ ਮਸੀਹ ਦੇ ਮੈਨੂੰ ਖੁਸ਼ੀ ਨਾਲ ਰਜ਼ਾ ਆਏ ਪਾਣੀ ਮਸੀਹ ਦੀ ਬੱਖੀ ਦੇ ਮੈਨੂੰ ਧੋ ਦੇ ਆਏ ਦੁੱਖ ਮਸੀਹ ਦੇ ਮੈਨੂੰ ਮਜ਼ਬੂਤ ਕਰ ਆਏ ਨੀਮ ਯਿਸੂ ਮਿਹਰਬਾਨੀ ਨਾਲ ਮੇਰੀ ਸੁਣ ਮੈਨੂੰ ਆਪਣੇ ਜਪਾਂ ਵਿੱਚ ਪਾ ਲੈ ਮੈਨੂੰ ਆਪਣੇ ਕੋਲ ਨਾ ਹੋਣ ਦੇ ਮੈਨੂੰ ਸ਼ੈਤਾਨ ਮੇਰੀ ਚਾਚਾ ਅਤੇ ਮਰਨ ਦੇ ਵੇਲੇ ਮੈਨੂੰ ਆਪਣੇ ਕੋਲ ਨਾ ਮੈਨੂੰ ਆਪਣੇ ਮੈਂ ਤੇਰੇ ਪਾਕ ਲੋਕਾਂ ਨਾਲ ਸਦਾ ਤੀਕਰ ਤੇਰੀ ਵਡਿਆਈ ਕਰਦਾ ਰਹਾਂ ਆਮੀਨ ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ ਪਾਕ ਯੂਕਰਿਸਤ ਦਾ ਭੇਦ ਜੋ ਤੇਰੇ ਬੇਟੇ ਦੇ ਸਲੀਬੀ ਦੁੱਖ ਤਸੀਹਾਂ ਦੀ ਯਾਦਗਾਰੀ ਹੈ ਜਿਸ ਵਿੱਚ ਹਿੱਸਾ ਲੈਣ ਦੀ ਬਰਕਤ ਤੂੰ ਸਾਨੂੰ ਦਿੱਤੀ ਹੈ ਬਖਸ਼ ਦੇ ਕਿ ਉਸ ਦੇ ਅਸੀਮ ਪਿਆਰ ਦੀ ਇਹ ਦਾਤ ਸਾਡੀ ਸਦੀਵੀ ਨਜ਼ਾਤ ਲਈ ਫਾਇਦੇਮੰਦ ਹੋਵੇ ਉਹੀ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ ਸ਼ਕਤੀਮਾਨ ਪਾਕ ਤਸਲੀਸ ਖੁਦਾ ਬਾਪ बेटा ते रूह पाक तुम अपनी सी बरकतां नाल हमेशा भरपूर रखे आमीन पाक माजी महान कुर्बानी चढ़ाई गई प्रभु यीशु मसीह दे प्यार ते शांति दे विच जाओ खुदा दा शुक्र होवे दुआ याद कर ऐ नहायत मेहरबान वाली मरियम कोई कदी नहीं सुनाया गया कोई भी तेरी पनाह लैंदे आ तेरी मदद चाहते हैं तेरी सिफारिश मांगते हैं ते पता लग्या होवे ऐ कुआरी कुआरियां दी अते मेरी मां इसे सलीनास कर कोल दसांदा हां तेरे कोल खलो के मैं गुनाही रोंदा हां ऐ ते तेरे कलाम दी मां मेरी अर्जन हकीर ना जान सगो मेरे मन नाल सुन ते कबूल कर आमीन पवित्र काली मरियम शांति दी रानी साडे लिए दुआ कर यीशु मसीह दा धन्यवाद जिसने बल दिता सानू यीशु मसीह दा धन्यवाद जिसने बल दिता सानू यीशु मसीह दा धन्यवाद
दाता